Hi, myself Dr. Keshavan Patyar. Welcome to my YouTube channel. Today's lecture is on introduction of hematology. As the name indicate, hematology is made up of two words, heme plus logy. So heme means blood, logy means to study. So it is the study of blood and its component. ਨਾਮ ਤੋਂ ਹੀ ਪਤਾ ਚੱਲ ਰਿਹਾ ਹਿਮੈਟ ਤੇ ਲੌਜੀ। ਸੋ ਹਿਮੈਟ ਵਰਡ ਡਰਾਈਵ ਹੋਇਆ ਹੀਮ ਪਿਗਮੈਂਟ ਤੋਂ ਜਿਹੜਾ ਕਿ ਰੈੱਡ ਬਲੱਡ ਸੈੱਲ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਅਤੇ ਉਹਨਾਂ ਨੂੰ ਲਾਲ ਕਲਰ ਦਿੰਦਾ। ਅਤੇ ਉਹ ਵੀ ਬਲੱਡ ਦਾ ਹੀ ਇੱਕ ਕੰਪੋਨੈਂਟ ਹੈ, ਇਸ ਕਰਕੇ ਇਹ ਨਾਮ ਦਿੱਤਾ ਗਿਆ ਬਲੱਡ ਅਤੇ ਬਲੱਡ ਦੇ ਕੰਪੋਨੈਂਟਸ ਦੀ ਸਟੱਡੀ ਕਰਨ ਨੂੰ ਹਿਮੈਟੋਲੋਜੀ। ਸੋ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਵਟ ਇਜ਼ blood it is a basically connective tissue in fluid form. It is called as the fluid of life. So blood ਕੀ ਹੈ, ਕਨੈਕਟਿਵ ਟਿਸ਼ੂ ਆ ਜਿਹੜਾ ਕਿ ਜਿਹਦੀ ਫਾਰਮ ਕੀ ਆ ਤਰਲ ਜਾਂ ਦਰਵਯ ਹੁੰਦਾ, ਅਤੇ ਇਹਨੂੰ ਅਸੀਂ ਜ਼ਿੰਦਗੀ ਦਾ ਫਲੂਇਡ ਵੀ ਕਹਿੰਦੇ ਹਾਂ ਕਿਉਂਕਿ ਇਹਦੇ ਕਰਕੇ ਹੀ ਹਿਊਮਨ ਬੋਡੀ ਦੀ ਜਿਹੜਾ ਸਰਵਾਈਵਲ ਹੈ ਉਹ ਪੋਸੀਬਲ ਹੈ। ਸੋ ਬਲੱਡ ਜਿਹੜਾ ਹੈ ਪੂਰੀ ਬੋਡੀ ਦੇ ਵਿੱਚ ਹਾਰਟ ਦੀ ਹੈਲਪ ਦੇ ਨਾਲ ਮੂਵ ਕਰਦਾ। ਸੋ ਹਾਰਟ ਕੀ ਆ, ਹਾਰਟ ਇਜ਼ ਅ ਪੰਪਿੰਗ ਸਟੇਸ਼ਨ ਇਨ ਦਾ ਹਿਊਮਨ ਬੋਡੀ। ਸੋ ਦਿਲ ਦੇ ਧੜਕਣ ਦੇ ਨਾਲ ਬਲੱਡ ਕੀ ਆ ਪੂਰੀ ਬੋਡੀ ਦੇ ਵਿੱਚ ਮੂਵ ਕਰਦਾ ਵਿਦ ਦਾ ਹੈਲਪ ਆਫ ਬਲੱਡ ਵੈਸਲ ਦੇ ਵਿੱਚ ਆਰਟਰੀਜ਼ ਅਤੇ ਆਰਟਰੀਓਲਸ ਆ ਜਾਂਦੇ ਆ। ਇਸ ਕਰਕੇ ਜਿਹੜਾ ਬਲੱਡ ਹੈ ਸਾਡੇ ਸਰੀਰ ਦੇ ਹਰ ਛੋਟੇ ਤੋਂ ਛੋਟੇ ਹਿੱਸੇ ਤੱਕ ਅਤੇ ਹਰ ਔਰਗਨ ਤੱਕ ਪੁੱਜਦਾ ਅਤੇ ਸਾਰੇ ਔਰਗਨਸ ਨੂੰ ਆਪਸ 'ਚ ਜੋੜ ਕੇ ਰੱਖਦਾ। ਅਤੇ ਇਸੇ ਕਰਕੇ ਜਿਹੜਾ ਬਲੱਡ ਆ ਅਸੀਂ ਇਹਨੂੰ ਕਨੈਕਟਿਵ ਟਿਸ਼ੂ ਦੀ ਸ਼੍ਰੇਣੀ 'ਚ ਪਾਉਂਦੇ ਹਾਂ। ਅਤੇ ਇਹ ਬਲੱਡ ਜਿਹੜਾ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਵਾਈਟਲਸ ਕੰਮ ਕਰਦਾ। ਅਤੇ ਬਲੱਡ ਜਿਹੜਾ ਹੈ ਇਕਲੌਤੀ ਇਗਜ਼ਾਮਪਲ ਹੈ ਕਨੈਕਟਿਵ ਟਿਸ਼ੂ ਦੀ ਜਿਹਦੀ ਨੇਚਰ ਕੀ ਹੈ ਲਿਕੁਇਡ ਜਾਂ ਫਲੂਇਡ ਹੈ, ਜਿਹੜੇ ਕਿ ਤਰਲ ਪਾਏ ਜਾਂਦੇ। ਬਾਕੀ ਕਨੈਕਟਿਵ ਟਿਸ਼ੂ ਜਿਹੜੇ ਕੀ ਆ ਉਹ ਲਿਕੁਇਡ ਨਹੀਂ ਹੁੰਦੇ, ਉਹ ਸੋਲਿਡ ਹੋਣਗੇ। ਸੋ ਨਾਓ ਕਮਿੰਗ ਟੂ ਦਾ ਫਿਜ਼ੀਕਲ ਕਰੈਕਟਰਿਸਟਿਕਸ, ਬਲੱਡ ਦੀਆਂ ਫਿਜ਼ੀਕਲ ਕਰੈਕਟਰਿਸਟਿਕਸ ਕੀ ਹੈਗੀਆਂ। ਫਸਟ ਆਫ ਆਲ ਇਜ਼ ਦਾ ਕਲਰ ਸਕਾਰਲੈਟ ਰੈੱਡ ਐਂਡ ਪਰਪਲ ਰੈੱਡ। ਅਤੇ ਰੰਗ ਜਿਹੜਾ ਖੂਨ ਦਾ ਹੈ ਉਹ ਸੁਰਖ ਲਾਲ ਹੁੰਦਾ ਅਤੇ ਜਾਂ ਜਾਮਣੀ ਲਾਲ ਹੋ ਸਕਦਾ। ਸੁਰਖ ਲਾਲ ਤਦੋਂ ਹੁੰਦਾ ਜਦੋਂ ਇਹਦੇ ਨਾਲ ਆਕਸੀਜਨ ਬਾਈਂਡ ਕੀਤੀ ਹੋਵੇ, ਅਤੇ ਹਲਕਾ ਜਿਹਾ ਜਾਮਣੀ ਲਾਲ ਰੰਗ ਵਾਲਾ ਬਲੱਡ ਤੁਹਾਨੂੰ ਤਦ ਨਜ਼ਰ ਆਉਂਦਾ ਜਦੋਂ ਇਹਦੇ ਨਾਲ ਕੀ ਆ ਕਾਰਬਨ ਡਾਈਆਕਸਾਈਡ ਬਾਈਂਡ ਕੀਤੀ ਹੋਵੇ। ਸੋ ਵੋਲੀਅਮ, ਬੋਡੀ ਦੇ ਵਿੱਚ ਦਾ ਵੋਲੀਅਮ ਕਿੰਨਾ ਹੈ। ਇਨ ਨਿਊ ਬੋਰਨ ਇਟ ਇਜ਼ 450 ml, ਨਾਰਥ ਹੈਲਦੀ ਮੇਲ ਅਡਲਟ 5 ਲੀਟਰ, ਫੀਮੇਲ 4.5 ਲੀਟਰ। ਬੱਚਿਆਂ ਦੇ ਵਿੱਚ 450 ml ਬਲੱਡ ਹੋ ਸਕਦਾ, ਅਤੇ ਨੋਰਮਲ ਹੈਲਦੀ ਮੇਲ ਦੇ ਵਿੱਚ ਬੰਦੇ ਦੇ ਵਿੱਚ ਕਿੰਨਾ 5 ਲੀਟਰ, ਅਤੇ ਜਨਾਨੀਆਂ ਦੇ ਵਿੱਚ 4.5 ਲੀਟਰ ਬਲੱਡ ਜਿਹੜਾ ਹੋ ਸਕਦਾ। ਤਾਂ pH ਆਫ ਦਾ ਬਲੱਡ ਇਜ਼ ਸਲਾਈਟਲੀ ਅਲਕਲਾਈਨ। pH ਦੀ ਸਲਾਈਟਲੀ ਅਲਕਲਾਈਨ ਹੁੰਦੀ ਆ ਜਿਹੜੀ ਕਿ ਕਲੋਜ਼ ਟੂ 7.4। ਸਪੈਸੀਫਿਕ ਗ੍ਰੈਵਿਟੀ ਦੀ ਇਜ਼ 1.052 ਟੂ 1.061। ਇਹ ਸਪੈਸੀਫਿਕ ਗ੍ਰੈਵਿਟੀ ਆ ਬਲੱਡ ਦੀ। ਵਿਸਕੋਸਿਟੀ, ਸੰਘਣਾ, ਕਿੰਨਾ ਸੰਘਣਾ ਬਲੱਡ ਹੋ ਸਕਦਾ ਹੈ। 5 ਟਾਈਮਸ ਮੋਰ ਦੈਨ ਵਾਟਰ, ਪਾਣੀ ਨਾਲੋਂ 5 ਗੁਣਾ ਜ਼ਿਆਦਾ ਸੰਘਣਾ ਜਿਹੜਾ ਹੈ ਕਿ ਉਹ ਬਲੱਡ ਹੁੰਦਾ। ਹੁਣ ਵਟ ਆਰ ਦਾ ਫੰਕਸ਼ਨ, ਬਲੱਡਸ ਦੇ ਫੰਕਸ਼ਨ ਕੀ ਆ। ਪਹਿਲਾ ਫੰਕਸ਼ਨ ਨੰਬਰ 1 ਟਰਾਂਸਪੋਰਟ ਆਕਸੀਜਨ ਐਂਡ ਨਿਊਟਰੀਐਂਟਸ ਟੂ ਦਾ ਟਿਸ਼ੂ ਫਰੋਮ ਲੰਗਸ ਐਂਡ ਦਾ ਡਾਈਜੈਸਟਿਵ ਸਿਸਟਮ। ਇਹ ਕੀ ਆ ਆਕਸੀਜਨ ਕੈਰੀ ਕਰਦਾ। ਜਦੋਂ ਅਸੀਂ ਸਾਹ ਲੈਂਦੇ ਹਾਂ ਤਾਂ ਅਸੀਂ ਇਨਵਾਇਰਮੈਂਟ ਤੋਂ ਆਕਸੀਜਨ ਲੈਂਦੇ ਹਾਂ, ਅਤੇ ਇਹ ਆਕਸੀਜਨ ਨੂੰ ਸਾਡੀ ਫੇਫੜਿਆਂ 'ਚ ਜਾਂਦੀ ਹੈ, ਫੇਫੜਿਆਂ ਤੋਂ ਪੂਰੇ ਹੋਰ ਔਰਗਨਸ ਤੱਕ ਪਹੁੰਚਾਉਣ ਦਾ ਕੰਮ ਵੀ ਹੈ ਕਿ ਬਲੱਡ ਕਰਦਾ। ਬਲੱਡ ਦੇ ਵਿੱਚ ਜਿਹੜਾ RBCs ਦੇ ਸੈੱਲਸ ਹੈ ਉਹਨਾਂ 'ਚ ਹੀਮੋਗਲੋਬਿਨ ਮੋਲੀਕਿਊਲ ਕਰਦਾ। ਅਤੇ ਇਟ ਟੇਕਸ ਵੇਸਟ ਪ੍ਰੋਡਕਟ ਜਿਹੜਾ ਗੈਸਿਸ ਐਕਸਚੇਂਜ ਦਾ ਕਾਰਬਨ ਡਾਈਆਕਸਾਈਡ ਉਹਨੂੰ ਕੀ ਆ ਬਾਹਰ ਵੀ ਰਿਮੂਵ ਕਰਦਾ। ਹੋਰ ਵੇਸਟ ਪ੍ਰੋਡਕਟ ਜਿੱਦਾਂ ਕਿ ਸਾਡੀ ਬੋਡੀ 'ਚ ਬਣਦੇ ਆ ਲੈਕਟਿਕ ਐਸਿਡ, ਯੂਰੀਆ, ਅਮੋਨੀਆ, ਇਹਨਾਂ ਸਾਰਿਆਂ ਨੂੰ ਰਿਮੂਵ ਕਰਕੇ ਕਿਡਨੀ ਤੱਕ ਲੈ ਕੇ ਜਾਂਦਾ, ਅਤੇ ਕਿਡਨੀ ਤੋਂ ਬਾਅਦ ਇਨ ਦਾ ਫਾਰਮ ਆਫ ਯੂਰਿਨ ਇਹ ਸਾਡੀ ਬੋਡੀ 'ਚੋਂ ਬਾਹਰ ਐਕਸਕ੍ਰੀਟ ਹੋ ਜਾਂਦੇ ਆ, ਨਿਕਲ ਜਾਂਦੇ ਆ। ਇਹ ਬੋਡੀ ਦਾ pH ਵੀ ਮੇਨਟੇਨ ਕਰਕੇ ਰੱਖਦਾ। ਨੰਬਰ 4 ਇਜ਼ ਮੇਨਟੇਨ ਥਰਮਲ ਇਕੁਲਿਬਰੀਅਮ ਐਂਡ ਇਮਿਊਨਿਟੀ। ਇਹ ਬੋਡੀ ਦਾ ਤਾਪਮਾਨ ਵੀ ਬਣਾ ਕੇ ਰੱਖਦਾ, ਅਤੇ ਸਾਡੀ ਇਮਿਊਨਿਟੀ ਸਰੀਰ ਦੀ ਪ੍ਰਤੀਰੋਧਕ ਸ਼ਮਤਾ, ਬਿਮਾਰੀ ਨਾਲ ਲੜਨ ਦੀ ਸ਼ਮਤਾ ਜਿਹੜਾ ਕਿ ਇਹਦੇ WBC ਸੈੱਲਸ ਕਰਕੇ ਹੁੰਦੀ ਆ, ਉਹ ਵੀ ਉਹਦੇ ਵਿੱਚ ਵੀ ਹੈਲਪ ਕਰਦਾ। ਇਹ ਸਾਡੀ ਬੋਡੀ ਦੇ ਵਿੱਚ ਹੈਲਪਸ ਇਨ ਟਰਾਂਸਪੋਰਟ ਹਾਰਮੋਨਸ ਫਰੋਮ ਦਾ ਸਾਈਟਸ ਆਫ ਪ੍ਰੋਡਕਸ਼ਨ ਟੂ ਦਾ ਸਾਈਟ ਆਫ ਐਕਸ਼ਨ। ਬੋਡੀ ਦੇ ਵਿੱਚ ਜਿੰਨੇ ਵੀ ਸਾਡੇ ਹਾਰਮੋਨਸ ਬਣਦੇ ਆ ਉਹਨਾਂ ਦੇ ਟਰਾਂਸਪੋਰਟ 'ਚ ਹੈਲਪ ਕਰਦਾ। ਬਲੱਡ ਕੋਆਗੂਲੇਸ਼ਨ, ਬਲੱਡ ਨੂੰ ਜੰਮਣ ਦੇ ਵਿੱਚ ਤਾਂ ਕਿ ਬਲੀਡਿੰਗ ਕਰਕੇ ਬਲੱਡ ਦਾ ਲੋਸ ਨਾ ਹੋਵੇ, ਉਸ ਵੇਲੇ ਵੀ ਬਲੱਡ ਕੋਆਗੂਲੇਸ਼ਨ ਦੇ ਵਿੱਚ ਇਹ ਬਹੁਤ ਵਾਈਟਲ ਰੋਲ ਪਲੇ ਕਰਦਾ। ਜੇ ਸਾਡੇ ਬੋਡੀ ਦੇ ਵਿੱਚ ਜਾਂ ਸਾਡੇ ਇੰਜਰੀ ਹੋਣ 'ਤੇ ਬਲੱਡ ਨਾ ਰੁਕੇ, ਕੋਆਗੂਲੇਟ ਨਾ ਹੋਵੇ, ਕਲੌਟ ਨਾ ਹੋਵੇ ਤਾਂ ਐਕਸੈਸਿਵ ਲੋਸ ਕਰਕੇ ਬੰਦੇ ਦੀ ਡੈਥ ਵੀ ਹੋ ਸਕਦੀ ਹੈ। ਸੋ ਇਹ ਸਾਰੇ ਮੇਨ ਫੰਕਸ਼ਨ ਹੈ ਬਲੱਡ ਦੇ।
ਡਾਇਗਰਾਮ 'ਚ ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਆਰਟਰੀ ਜਾਂ ਵੀਨਸ ਦੇ ਵਿੱਚ ਬਲੱਡ ਮੂਵ ਕਰ ਰਿਹਾ। ਠੀਕ ਹੈ, ਉਹਦੇ ਵਿੱਚ ਤੁਹਾਨੂੰ ਰੈੱਡ ਬਲੱਡ ਸੈਲਸ ਵੀ ਨਜ਼ਰ ਆਉਣਗੇ, ਵਾਈਟ ਬਲੱਡ ਸੈਲਸ ਵੀ ਆਉਣਗੇ, ਪਲੇਟਲੈਟਸ ਅਤੇ ਪਲਾਜ਼ਮਾ ਨਜ਼ਰ ਆ ਰਿਹਾ। ਸੋ ਨਾਓ ਕਮਿੰਗ ਟੂ ਦਾ ਕੰਪੋਜੀਸ਼ਨ ਆਫ ਬਲੱਡ। ਬਲੱਡ ਦੀ ਕੰਪੋਜੀਸ਼ਨ ਕੀ ਆ? ਬਲੱਡ ਜਿਹੜਾ 4 ਤਰ੍ਹਾਂ ਦੇ ਫਾਰਮਡ ਐਲੀਮੈਂਟਸ ਤੋਂ ਬਣਿਆ ਹੁੰਦਾ। ਲਿਕੁਇਡ ਪੋਰਸ਼ਨ ਆ ਜਿਹੜਾ ਤਰਲ ਪਦਾਰਥ ਹੈ ਜਿਹਦੇ ਵਿੱਚ ਸੋਲਿਡ ਸੈਲਸ ਮੂਵ ਕਰਦੇ ਆ, ਉਹਨੂੰ ਆਪਾਂ ਪਲਾਜ਼ਮਾ ਕਹਿੰਦੇ ਆ। ਸੋ ਫਾਰਮਡ ਐਲੀਮੈਂਟ ਦੇ ਅੰਦਰ ਇੱਕ ਲਿਕੁਇਡ ਪੋਰਸ਼ਨ ਹੋ ਗਿਆ ਜਿਹਨੂੰ ਵਿੱਚ ਇਨਕਲੂਡ ਪਲਾਜ਼ਮਾ, ਅਤੇ ਬਾਕੀ ਜਿਹੜੇ ਸੋਲਿਡ ਕੰਪੋਨੈਂਟ ਹੋ ਗਏ ਉਹਨਾਂ ਨੂੰ ਉਹ ਹੋ ਗਿਆ ਐਰੀਥਰੋਸਾਈਟ RBCs, ਲਿਊਕੋਸਾਈਟਸ WBCs, ਪਲੇਟਲੈਟਸ। ਸੋ ਇਹ ਕੀ ਆ ਟੋਟਲ ਓਵਰਆਲ ਕੰਪੋਜੀਸ਼ਨ ਹੈ ਬਲੱਡ ਦੀ। ਸੋ ਬਲੱਡ ਨੂੰ ਉਹਦੇ ਡਿਫਰੈਂਟ ਕੰਪੋਜੀਸ਼ਨਸ ਦੇ ਵਿੱਚ ਅਸੀਂ ਵੰਡ ਸਕਦੇ ਹਾਂ ਵਿਦ ਦਾ ਹੈਲਪ ਆਫ ਇੰਸਟਰੂਮੈਂਟ ਕਾਲਡ ਸੈਂਟਰੀਫਿਊਜ। ਜਦੋਂ ਬਲੱਡ ਨੂੰ ਕਿਸੇ ਟਿਊਬ 'ਚ ਪਾ ਕੇ ਅਸੀਂ ਬਹੁਤ ਜ਼ਿਆਦਾ ਹਾਈ ਸਪੀਡ ਦੇ ਉੱਤੇ ਘੁਮਾਈਏ ਤਾਂ ਬਲੱਡ ਜਿਹੜਾ ਹੈ ਉਹ ਸੈਪਰੇਟ ਹੋ ਜਾਂਦਾ ਆਪਣੇ ਅਲੱਗ-ਅਲੱਗ ਫਾਰਮਡ ਐਲੀਮੈਂਟਸ ਦੇ ਵਿੱਚ। ਅਤੇ ਸਭ ਤੋਂ ਉੱਪਰ ਜਿਹੜਾ ਸਭ ਤੋਂ ਹਲਕਾ ਪਦਾਰਥ ਯੈਲੋਇਸ਼ ਕਲਰ ਦਾ ਨਜ਼ਰ ਆ ਰਿਹਾ ਉਹ ਪਲਾਜ਼ਮਾ ਹੈ, ਜਿਹੜਾ ਕਿ ਲਿਕੁਇਡ ਇਨ ਫਾਰਮ ਹੁੰਦਾ। ਇਹਦੇ ਵਿੱਚ ਹੀ ਬਾਕੀ ਹੋਰ ਜਿਹੜੇ ਫਾਰਮਡ ਐਲੀਮੈਂਟਸ ਆ, ਜਿਹੜੇ ਸੋਲਿਡ ਸੈਲਸ ਹੈਗੇ ਆ, ਉਹ ਮੂਵ ਕਰਦੇ ਆ। ਫਿਰ ਉਹ ਚਾਹੇ ਐਰੀਥਰੋਸਾਈਟਸ ਹੋਣ, ਚਾਹੇ ਉਹ WBCs ਹੋਣ, ਚਾਹੇ ਉਹ ਪਲੇਟਲੈਟਸ ਹੋਣ। ਐਰੀਥਰੋਸਾਈਟਸ ਦਾ ਦੂਸਰਾ ਨਾਮ ਰੈੱਡ ਬਲੱਡ ਸੈਲਸ ਹੈ, ਲਿਊਕੋਸਾਈਟਸ ਦਾ ਦੂਸਰਾ ਨਾਮ WBCs ਹੈ, ਅਤੇ ਪਲੇਟਲੈਟਸ ਨੂੰ ਆਪਾਂ ਥਰੰਬੋਸਾਈਟਸ ਵੀ ਕਹਿ ਦਿੰਦੇ ਹਾਂ। ਸੋ ਜਦੋਂ ਬਲੱਡ ਨੂੰ ਟਿਊਬਸ ਦੇ ਵਿੱਚ ਪਾ ਕੇ ਹਾਈ ਸੈਂਟਰੀਫਿਊਜ ਅਤੇ ਸਪੀਡ ਦੇ ਉੱਤੇ ਸੈਂਟਰੀਫਿਊਜ ਕੀਤਾ ਜਾਂਦਾ, ਗੋਲ ਗੋਲ ਘੁਮਾਇਆ ਜਾਂਦਾ, ਤਾਂ ਸਾਡੇ ਕੋਲ ਸਭ ਤੋਂ ਨੀਚੇ ਐਰੀਥਰੋਸਾਈਟਸ ਆ ਜਾਂਦੇ ਆ, ਵਿਚਾਲੇ ਇੱਕ ਲੇਅਰ ਬਣਦੀ ਹੈ ਬਫੀ ਕੋਟ, ਅਤੇ ਸਭ ਤੋਂ ਉੱਪਰ ਕੀ ਬਣਦਾ ਸਾਡੇ ਕੋਲ ਪਲਾਜ਼ਮਾ। ਸੋ ਪਲਾਜ਼ਮਾ ਕੀ ਆ? ਪੂਰੇ ਬਲੱਡ ਦਾ 55% ਹਿੱਸਾ ਹੈ, ਅਤੇ ਬਾਕੀ 45% ਹਿੱਸਾ ਜਿਹੜਾ ਕਿ ਐਰੀਥਰੋਸਾਈਟਸ ਹੈ, ਅਤੇ ਲੈਸ ਦੈਨ 1% ਜਿਹੜਾ ਹੁੰਦਾ ਬਫੀ ਕੋਟ। ਐਰੀਥਰੋਸਾਈਟਸ ਦੇ ਵਿੱਚ ਕੀ ਆ? RBC ਸੈਲਸ ਆ ਜਾਂਦੇ ਆ। RBC ਸੈਲਸ ਦਾ ਕੰਮ ਕੀ ਆ? ਆਕਸੀਜਨ ਨੂੰ ਕੈਰੀ ਕਰਨਾ। ਅਤੇ ਬਫੀ ਕੋਟ ਦੇ ਵਿੱਚ ਸਾਡੇ ਕੋਲ ਆ ਜਾਂਦੇ ਆ ਲਿਊਕੋਸਾਈਟਸ ਦੇ ਪਲੇਟਲੈਟਸ, ਜਾਣੀ ਕਿ WBCs ਦੇ ਪਲੇਟਲੈਟਸ। ਲਿਊਕੋਸਾਈਟਸ ਡਿਫੈਂਸ ਸੈੱਲ ਹੈ, ਬੋਡੀ ਦੀ ਇਮਿਊਨਿਟੀ ਨੂੰ ਵਧਾਉਂਦੇ ਆ ਅਤੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਦੇ ਖਿਲਾਫ ਲੜਦੇ ਆ। ਪਲੇਟਲੈਟ ਬਲੱਡ ਨੂੰ ਕਲੌਟ ਕਰਨ ਜਾਂ ਬਲੱਡ ਕੋਆਗੂਲੇਸ਼ਨ 'ਚ ਹੈਲਪ ਕਰਦਾ। ਅਤੇ ਪਲਾਜ਼ਮਾ ਇੱਕ ਵਾਟਰੀ ਫਲੂਇਡ ਮਟੀਰੀਅਲ ਹੈ ਜਿਹਦੀ ਪਰਸੈਂਟੇਜ 55, ਜਿਹਦੇ ਵਿੱਚ ਇਹ ਸਾਰੇ ਬਾਕੀ ਫਾਰਮਡ ਐਲੀਮੈਂਟ ਜਿਹੜੇ ਆ ਉਹ ਇੰਬੈਡਡ ਹੁੰਦੇ ਆ ਅਤੇ ਸਰਕੂਲੇਸ਼ਨ ਦੇ ਵਿੱਚ ਮੂਵ ਕਰਦੇ ਆ ਬੋਡੀ ਦੇ ਵਿੱਚ। ਸੋ ਇਹ ਪਿਕਚਰ ਹੋਰ ਜ਼ਿਆਦਾ ਕਲੀਅਰ ਕਰ ਦੇਗੀ। ਸਾਡੀ ਬੋਡੀ ਦੇ ਵਿੱਚ ਬਲੱਡ ਸਿਰਫ 8% ਹੈ। ਵੈਸੇ ਸਾਡੀ ਬੋਡੀ ਜਿਹੜੀ ਹੈ ਮੋਰ ਦੈਨ 70% ਬੋਡੀ ਜਿਹੜੀ ਵਾਟਰ ਨਾਲ ਬਣੀ ਹੋਈ ਹੈ, ਅਤੇ ਬਾਕੀ 92% ਹੋਰ ਫਲੂਇਡ ਹੋ ਸਕਦੇ ਆ, ਬਟ 8% ਜਿਹੜਾ ਬਲੱਡ ਹੈ। ਜਦੋਂ ਬਲੱਡ ਨੂੰ ਅਸੀਂ ਸੈਂਟਰੀਫਿਊਜ ਕਰਦੇ ਹਾਂ ਤਾਂ ਸਾਡੇ ਕੋਲ ਇਹ ਡਿਫਰੈਂਸ਼ੀਏਟ ਹੋ ਜਾਂਦਾ 3 ਹਿੱਸਿਆਂ ਦੇ ਵਿੱਚ, ਪਲਾਜ਼ਮਾ, ਬਫੀ ਕੋਟ ਅਤੇ ਫਾਰਮਡ ਐਲੀਮੈਂਟਸ ਦੇ ਵਿੱਚ। ਅਤੇ ਪਲਾਜ਼ਮਾ ਫਰਦਰ ਬਣਿਆ ਹੁੰਦਾ ਪ੍ਰੋਟੀਨਸ ਦਾ, ਆਇਨਸ ਦਾ, ਨਿਊਟਰੀਐਂਟਸ ਦਾ, ਉਹਦੇ 'ਚ ਵਾਟਰ ਪ੍ਰੋਡਕਟਸ ਹੋ ਸਕਦੇ ਆ, ਗੈਸਿਸ ਹੋ ਸਕਦੀਆਂ। ਅਤੇ ਬਫੀ ਕੋਟ ਜਿਹੜਾ ਅਗੇਨ ਬਣਿਆ ਹੁੰਦਾ ਲਿਊਕੋਸਾਈਟ, ਜਿਹੜਾ ਕਿ ਜਿਹਨੂੰ ਆਪਾਂ WBCs ਵੀ ਕਹਿ ਦਿੰਦੇ ਹਾਂ, ਜਾਂ ਫਿਰ ਪਲੇਟਲੈਟਸ ਦਾ। ਅਤੇ ਸਭ ਤੋਂ ਨੀਚੇ ਲਾਲ ਕਲਰ ਦਾ ਪੋਰਸ਼ਨ ਹੈ ਉਹ ਕੀ ਹੋ ਗਿਆ ਸਾਡੇ ਕੋਲ? ਐਰੀਥਰੋਸਾਈਟ, ਜਾਣੀ ਕਿ RBCs। ਸੋ 55% ਤਾਂ ਪਲਾਜ਼ਮਾ ਹੋ ਗਿਆ, ਜਿਹੜਾ ਕਿ ਮੋਸਟਲੀ ਵਾਟਰ ਹੁੰਦਾ ਹੈ। 91% ਬਾਕੀ ਪ੍ਰੋਟੀਨ ਅਤੇ ਹੋਰ ਸਲਿਊਟ ਹੋ ਸਕਦੇ ਆ। ਅਤੇ ਪਲੇਟਲੈਟਸ ਦਾ ਜਿਹੜਾ ਕਾਊਂਟ ਹੈਗਾ ਉਹ 1,40,000 ਤੋਂ ਲੈ ਕੇ 3,40,000 ਹੋ ਸਕਦਾ। ਅਤੇ ਲਿਊਕੋਸਾਈਟਸ ਜਿਹੜੇ ਹੈਗੇ 5,000 ਤੋਂ 9,000 WBCs ਦੀ ਕਾਊਂਟਿੰਗ ਹੋ ਸਕਦੀ ਆ। ਪਰ ਸਭ ਤੋਂ ਜ਼ਿਆਦਾ ਜਿਹੜਾ ਅਮਾਊਂਟ ਪਾਇਆ ਜਾਂਦਾ ਉਹ ਦੈਟ ਇਜ਼ ਆਫ ਐਰੀਥਰੋਸਾਈਟਸ, 4.6 to 6.2 ਮਿਲੀਅਨਸ। ਸੋ ਇਹਨਾਂ ਦੀ ਜਿਹੜੀ ਤਾਦਾਦ ਹੈਗੀ ਆ ਉਹ ਲੱਖਾਂ 'ਚ ਹੁੰਦੀ ਹੈ। ਅਤੇ ਲਿਊਕੋਸਾਈਟਸ ਜਿਹੜੇ ਹਜ਼ਾਰਾਂ 'ਚ ਹੋ ਗਏ, ਅਤੇ ਪਲੇਟਲੈਟਸ ਦੀ ਕਾਊਂਟ ਕੀ ਆ ਲੱਖ ਜਾਂ ਲੈਕਸ ਦੇ ਵਿੱਚ ਹੋ ਗਈ। ਸੋ ਜੇ ਆਪਾਂ ਫਰਦਰ ਇਸ ਪਿਕਚਰ ਨੂੰ ਡੈਮੋਸਟ੍ਰੇਟ ਕਰੀਏ ਤਾਂ ਪਲਾਜ਼ਮਾ ਜਿਹੜਾ 55% ਅਤੇ 45% ਕੀ ਆ ਫਾਰਮਡ ਐਲੀਮੈਂਟਸ ਹੋ ਗਏ। ਸੋ ਪਲਾਜ਼ਮਾ ਦੇ ਵਿੱਚ ਮੇਨ 91% ਵਾਟਰ ਹੈ, ਬਾਕੀ ਸਾਲਟਸ ਹੋਣਗੇ। ਸੋਡੀਅਮ ਸਾਲਟ ਹੋ ਸਕਦਾ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ੀਅਮ ਕਲੋਰਾਈਡ, ਬਾਈਕਾਰਬੋਨੇਟ, ਇਹ ਵੱਖ-ਵੱਖ ਕੰਮ ਕਰਦੇ ਆ ਬੋਡੀ ਦੇ ਵਿੱਚ। ਪਲਾਜ਼ਮਾ ਪ੍ਰੋਟੀਨ ਹੋ ਸਕਦੇ ਜਿੱਦਾਂ ਕਿ ਐਲਬੂਮਿਨ, ਫਾਈਬਰੀਨੋਜਨ ਅਤੇ ਗਲੋਬੂਲਿਨ। ਅਤੇ ਬਾਕੀ ਨਿਊਟ੍ਰੀਐਂਟਸ ਹੋ ਸਕਦੇ ਆ ਗਲੂਕੋਜ਼, ਫੈਟੀ ਐਸਿਡ, ਅਮਾਈਨੋ ਐਸਿਡਸ, ਵਿਟਾਮਿਨ, ਵਾਟਰ, ਯੂਰੀਆ, ਯੂਰਿਕ ਐਸਿਡ, ਆਕਸੀਜਨ ਗੈਸਿਸ ਅਤੇ ਕਾਰਬਨ ਡਾਈਆਕਸਾਈਡ ਗੈਸਿਸ, ਅਤੇ ਈਵਨ ਹਾਰਮੋਨਸ। ਤੋਂ ਇਹ ਇੱਕ ਵਾਟਰੀ ਫਲੂਇਡ ਹੈ, ਪਾਣੀ ਤਰਲ ਪਦਾਰਥ ਹੈ ਪਲਾਜ਼ਮਾ, ਜਿਹੜਾ ਕਿ 55% ਹੈ। ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਘੁਲੀਆਂ ਹੁੰਦੀਆਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸੈਲਸ ਦੇ, ਸੋਲਿਡ ਸੈਲਸ ਜਿਹੜੇ ਆਪਣੇ RBCs, WBCs ਜਾਂ ਪਲੇਟਲੈਟਸ, ਜਾਂ ਉਹਨਾਂ ਦੇ ਸਰਵਾਈਵਲ ਵਾਸਤੇ ਜ਼ਰੂਰੀ ਹੈ। ਅਤੇ ਫਾਰਮ ਸੈਲਸ ਦੇ ਵਿੱਚ ਸਾਡੇ ਕੋਲ ਐਰੀਥਰੋਸਾਈਟਸ ਆ ਜਾਂਦੇ ਆ, ਜਿਹਨੂੰ ਆਪਾਂ ਰੈੱਡ ਬਲੱਡ ਸੈਲਸ ਕਹਿ ਦਿੰਦੇ ਹਾਂ। ਅਤੇ ਇਹਨਾਂ ਦਾ ਕਾਊਂਟ 4 ਤੋਂ 6 ਮਿਲੀਅਨਸ ਹੈ। ਅਤੇ ਇਹਨਾਂ ਦਾ ਮੇਨ ਫੰਕਸ਼ਨ ਕੀ ਆ? ਆਕਸੀਜਨ ਨੂੰ ਕੈਰੀ ਕਰਨਾ। ਅਤੇ
ਵਾਪਸ ਆਉਂਦੇ ਹੋਏ ਬੋਡੀ 'ਚੋਂ ਵੇਸਟ ਮਟੀਰੀਅਲ ਕਾਰਬਨ ਡਾਈਆਕਸਾਈਡ ਦੀ ਫਾਰਮ 'ਚੋਂ ਰਿਮੂਵ ਕਰਨਾ। ਅਤੇ ਲਿਊਕੋਸਾਈਟਸ ਜਿਹੜੇ ਆ ਉਹ ਫਰਦਰ ਕਾਫੀ ਸੈਲਸ ਦੇ ਵਿੱਚ ਡਿਵਾਈਡ ਕੀਤਾ ਜਾ ਸਕਦਾ। ਇਹਨੂੰ ਅਸੀਂ ਆਪਾਂ ਕਿਸੇ ਹੋਰ ਲੈਕਚਰ 'ਚ ਡਿਸਕਸ ਕਰਾਂਗੇ, ਬਟ ਇਹਨਾਂ ਦਾ ਮੇਨ ਕੰਮ ਕੀ ਹੈਗਾ, ਡਿਫੈਂਸ ਐਂਡ ਇਮਿਊਨਿਟੀ, ਬੋਡੀ ਦੀ ਪ੍ਰਤੀਰੋਧਕ क्षमता, ਕਿਸੇ ਵੀ ਇਨਫੈਕਸ਼ਨ ਦੇ ਅਗੇਂਸਟ, ਕਿਸੇ ਵੀ ਮਾਈਕਰੋ ਆਰਗਨਿਜ਼ਮ ਦੇ ਅਗੇਂਸਟ ਲੜਨ ਦੀ क्षमता। ਅਤੇ ਪਲੇਟਲੈਟਸ ਜਿਹਨਾਂ ਦਾ ਕਾਊਂਟ 2,50,000 ਤੋਂ ਲੈ ਕੇ 5 ਲੱਖ ਤੱਕ ਹੋ ਸਕਦਾ। ਸੋ ਇਹਨਾਂ ਦਾ ਕਾਊਂਟ ਲੈਕਸ ਦੇ ਆ, ਅਤੇ ਇਹਦਾ ਕੰਮ ਹੈ ਬਲੱਡ ਕਲੌਟਿੰਗ, ਬਲੱਡ ਨੂੰ ਜਮਾਉਣਾ ਜਦੋਂ ਵੀ ਸਾਡੇ ਇੰਟਰਨਲ ਜਾਂ ਐਕਸਟਰਨਲ ਇੰਜਰੀ ਹੋ ਗਈ, ਤਾਂ ਜੋ ਬਲੱਡ ਦਾ ਐਕਸੈਸਿਵ ਲੋਸ ਨਾ ਹੋਵੇ ਅਤੇ ਡੈਥ ਨਾ ਹੋਵੇ। ਸੋ ਇਸ ਨਾਲ ਸਾਡਾ ਜਿਹੜਾ ਇਸ ਚੈਪਟਰ ਦੇ ਵਿੱਚ ਅਸੀਂ ਸਟੱਡੀ ਕੀਤਾ ਕਿ ਹੀਮੈਟੋਲੋਜੀ ਹੈ ਕੀ ਹੈ। ਸੋ ਬੇਸਿਕਲੀ ਹੀਮੈਟੋਲੋਜੀ ਇਜ਼ ਦਾ ਸਟੱਡੀ ਆਫ ਬਲੱਡ ਐਂਡ ਇਟਸ ਕੰਪੋਨੈਂਟ। ਸੋ ਬਲੱਡ ਦਾ ਕੰਪੋਨੈਂਟ ਪਲਾਜ਼ਮਾ ਹੋ ਗਏ, ਅਤੇ ਫਾਰਮਡ ਐਲੀਮੈਂਟਸ ਜਿਹੜੇ RBC, WBCs ਅਤੇ ਲਿਊਕੋਸਾਈਟਸ ਹੈ, ਜਾਂ ਦੂਜੇ ਸਾਇੰਟੀਫਿਕ ਟਰਮ ਯੂਜ਼ ਕਰੀਏ ਤਾਂ ਇਥਰੋਸਾਈਟਸ, ਲਿਊਕੋਸਾਈਟਸ, ਥ੍ਰੋਮਬੋਸਾਈਟਸ ਐਂਡ ਪਲਾਜ਼ਮਾ, ਉਹਨਾਂ ਦੀ ਸਟੱਡੀ ਹੈ। ਸੋ ਬੇਸਿਕਲੀ ਹੀਮੈਟੋਲੋਜੀ ਕੀ ਹੈ, ਇੱਕ ਮੈਡੀਕਲ ਸਾਇੰਸ ਦੀ ਬ੍ਰਾਂਚ ਹੈ ਵਿਚ ਡੀਲਸ ਵਿਦ ਦਾ ਸਟੱਡੀ ਆਫ blood cell, its component, formation, degradation and function of the blood। ਸੋ ਇਹ ਮੈਡੀਕਲ ਸਾਇੰਸ ਦੀ ਉਹ ਬ੍ਰਾਂਚ ਹੈ ਹੀਮੈਟੋਲੋਜੀ, ਜਿਹੜੀ ਬਲੱਡ ਦੀ ਸਟੱਡੀ, ਬਲੱਡ ਦੇ ਕੰਪੋਨੈਂਟਸ ਦੀ ਸਟੱਡੀ, ਬਲੱਡ ਦੇ ਸੈਲਸ ਦੀ ਸਟੱਡੀ, ਅਤੇ ਉਹ ਬਲੱਡ ਜਿਹੜਾ ਹੈਗਾ ਬਣਦਾ ਕਿੱਦਾਂ ਆ, ਬਲੱਡ ਸੈਲਸ ਬਣਦੇ ਕਿੱਦਾਂ ਆ, ਜਾਂ ਉਹ ਡਿਸਟਰੋਏ ਕਿੱਦਾਂ ਹੁੰਦੇ ਸਾਡੀ ਬੋਡੀ 'ਚ, ਉਹਨਾਂ ਦਾ ਮੇਨ ਕੰਮ ਕੀ ਆ, ਉਹਨਾਂ ਦੀ ਸਟੱਡੀ ਨੂੰ ਆਪਾਂ ਕੀ ਕਹਿੰਦੇ ਆ, ਹੀਮੈਟੋਲੋਜੀ ਕਹਿੰਦੇ ਆ। ਸੋ ਜਦੋਂ ਵੀ ਬਲੱਡ ਨਾਲ ਰਿਲੇਟਡ ਕੋਈ ਬਿਮਾਰੀ ਹੋਵੇ, ਜਾਂ ਬਲੱਡ ਨਾਲ ਰਿਲੇਟਡ ਕਿਸੇ ਵੀ ਤਰ੍ਹਾਂ ਦੇ ਫਾਰਮਡ ਐਲੀਮੈਂਟ ਜਿਹੜੇ ਕਿ RBC, WBCs ਦੇ ਪਲੇਟਲੈਟ ਦੀ ਕਮੀ ਹੋਵੇ, ਤਾਂ ਉਹਨੂੰ ਅਸੀਂ ਦੀ ਬਿਮਾਰੀ ਹੋਵੇ, ਤਾਂ ਉਹ ਵੀ ਆਪਾਂ ਹੀਮੈਟੋਲੋਜੀ ਸਬਜੈਕਟ ਦੇ ਅੰਡਰ ਪੜ੍ਹਦੇ ਹਾਂ। ਸੋ ਇਹਨਾਂ ਬਿਮਾਰੀਆਂ ਨੂੰ ਡਿਟੈਕਟ ਕਰਨ ਵਾਲੇ ਟੈਸਟ ਵੀ ਜਿਹੜੇ ਆ ਉਹ ਵੀ ਹੀਮੈਟੋਲੋਜੀ ਸਬਜੈਕਟ ਦੇ ਪਾਰਟ ਹੈ। ਸੋ ਇਹ ਇੱਕ ਛੋਟੀ ਜਿਹੀ ਬਰੀਫ ਇੰਟਰੋਡਕਸ਼ਨ ਸੀ ਤੁਹਾਡੇ ਹੀਮੈਟੋਲੋਜੀ ਸਬਜੈਕਟ ਦੇ ਬਾਰੇ। ਥੈਂਕਸ।